ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਔਰਤ ਦਿਵਸ, ਇਹ ਜਦੋਂ ਅਸੀਂ ਜੋ ਅੱਜ ਕੱਲ੍ਹ ਦੁਨੀਆ ਦੇ ਵਿੱਚ ਚੱਲ ਰਿਹਾ ਜਾਂ ਜਿਸ ਤਰੀਕੇ ਨਾਲ ਗਲੋਬਲਾਈਜੇਸ਼ਨ ਹੋਈ, ਉਸ ਤੋਂ ਬਾਅਦ ਦਾ ਜੋ ਮਾਹੌਲ ਸੀ, ਉਸ ਸੰਬੰਧ ਦੇ ਵਿੱਚ ਜਦੋਂ ਅਸੀਂ ਇਹ ਨਾਮ ਸੁਣਦੇ ਹਾਂ ਤਾਂ ਕਿਉਂਕਿ ਅਸੀਂ ਪੰਜਾਬ ਦੇ ਹਾਂ ਜਾਂ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਸਿੱਖ ਕੌਮ ਦੇ ਨਾਲ ਸੰਬੰਧਿਤ ਹਾਂ, ਤਾਂ ਇਹ ਨਾਮ ਕਾਫੀ ਸਾਨੂੰ ਕੁਰੇਦਦਾ ਕਿਤੋਂ ਅੰਦਰੋਂ। ਉਹ ਇਸ ਕਰਕੇ ਕਿਉਂਕਿ ਸਿੱਖਾਂ ਦੇ ਵਿੱਚ, ਸਾਡੀ ਕੌਮ ਦੇ ਵਿੱਚ ਇਹੋ ਜਿਹਾ ਕੋਈ, ਮੈਨੂੰ ਲੱਗਦਾ ਕੋਈ ਵਰਤਾਰਾ ਨਹੀਂ ਹੋਇਆ ਜਿਹਦੇ ਕਰਕੇ ਸਾਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹ ਕਹਿਣਾ ਪਏ ਕਿ ਜੀ ਜਿਹੜੀ ਧੀ ਆ ਉਹ ਪੁੱਤਾਂ ਦੇ ਬਰਾਬਰ ਹੈ ਜਾਂ ਔਰਤ ਆ ਜਿਹੜਾ ਉਹਦਾ ਰੁਤਬਾ ਉੱਚਾ। ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਪਹਿਲਾਂ ਹੀ ਸਾਡੀ ਮਾਤਾ ਨੂੰ, ਸਾਡੀ ਭੈਣ ਨੂੰ, ਸਾਡੀ ਧੀ ਨੂੰ ਬਹੁਤ ਉੱਚਾ ਰੁਤਬਾ ਦੇ ਚੁੱਕੇ ਨੇ। 27 ਫਰਵਰੀ 1909 ਨੂੰ ਸਭ ਤੋਂ ਪਹਿਲੀ ਵਾਰ ਜਿਹੜਾ ਸੀ ਔਰਤ ਦਿਵਸ ਮਨਾਇਆ ਜਾਣ ਲੱਗ ਪਿਆ, ਸ਼ੁਰੂ ਹੋਇਆ ਸੀਗਾ। ਉਹਦੇ ਕਾਰਨ ਸਨ ਕੋਈ। ਜਿਸ ਵੇਲੇ 1909 ਦੇ ਵਿੱਚ ਇਹ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ, ਉਦੋਂ ਵਾਕਈ ਦੁਨੀਆ ਭਰ ਦੇ ਵਿੱਚ ਜਿਹੜੀ ਔਰਤ ਸੀ ਉਹਦੀ ਹਾਲਤ ਕੋਈ ਚੰਗੀ ਨਹੀਂ ਸੀ। ਕਿਤੇ ਥੋੜੇ ਰੂਪ ਦੇ ਵਿੱਚ ਔਰਤ ਨੇ ਆਪਣੇ ਹੱਕਾਂ ਦੀ ਗੱਲ ਸ਼ੁਰੂ ਕੀਤੀ। ਮਸਲਨ ਬਹੁਤ ਸਾਰੇ ਮੁਲਕਾਂ ਦੇ ਵਿੱਚ ਔਰਤ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ ਕਿ ਔਰਤ ਦੀ ਜਿਹੜੀ ਸੋਚ ਆ ਉਹ ਸਹੀ ਜਿਹੜੀ ਫੈਸਲੇ ਲੈਣ ਦੀ ਸਮਰੱਥਾ ਤੋਂ ਆਕੀ ਹੈ। ਇਸ ਕਰਕੇ ਉਸ ਨੂੰ ਉਸ ਲੜੀ ਤੋਂ ਬਾਹਰ ਰੱਖਿਆ ਗਿਆ ਤੇ ਉਹ ਆਪਣੇ ਆਪ ਦੇ ਵਿੱਚ ਤਸ਼ੱਦਦ ਜਾਂ ਔਰਤ ਤੇ ਤਣਾਅ ਬਣਾ ਕੇ ਰੱਖਣ, ਉਹਨੂੰ ਦਬਾਅ ਦੇ ਵਿੱਚ ਰੱਖਣ ਦੇ ਲਈ ਇੱਕ ਨੁਕਤੇ ਦੇ ਤੌਰ ਦੇ ਉੱਤੇ ਕਾਫੀ ਸੀ। ਪਰ ਅਸੀਂ ਉਸ ਤੋਂ ਬਾਅਦ ਇੱਕ ਵੱਡਾ ਬਦਲਾਅ ਦੇਖਦੇ ਹਾਂ। ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਸ਼ੁਰੂ ਹੋਈ ਨਾ, ਤਾਂ ਪੰਜਾਬ ਦਾ ਜਿਹੜਾ ਕਿਸਾਨ ਸੀ ਉਹਦੇ ਘਰ ਪੈਸਾ ਆਉਣਾ ਸ਼ੁਰੂ ਹੋਇਆ, ਤਾਂ ਉਦੋਂ ਤਬਦੀਲੀ ਦੇਖਦੇ ਹਾਂ ਅਸੀਂ। ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ, ਇਹਦੇ 'ਤੇ ਖੋਜ ਕਰਨੀ ਸ਼ੁਰੂ ਕੀਤੀ ਕਿ ਸਾਡੇ 'ਚ ਬਦਲਾਅ ਕਦੋਂ ਸ਼ੁਰੂ ਹੋਏ। ਦੋ ਬਦਲਾਅ ਹੁੰਦੇ ਨੇ ਸਾਡੇ 'ਚ। ਇੱਕ, ਜਦੋਂ ਪੰਜਾਬ ਨੂੰ ਅੰਗਰੇਜ਼ਾਂ ਨੇ ਪੱਕੇ ਤੌਰ ਦੇ ਉੱਤੇ ਆਪਣੇ ਕਬਜ਼ੇ 'ਚ ਲਿਆ ਤੇ ਅੰਗਰੇਜ਼ਾਂ ਨੇ ਸਾਨੂੰ ਗਦਾਰੀਆਂ ਦੇ ਬਦਲੇ ਸਰ ਬਹਾਦਰ ਦੇ ਖਿਤਾਬ ਦੇਣੇ ਸ਼ੁਰੂ ਕੀਤੇ। ਜਿਹੜੀ ਸਿੱਖ ਸਰਦਾਰੀ ਆ, ਉਹਨੂੰ ਜਿਹੜੀ ਪਾਤਸ਼ਾਹ ਨੇ ਸਾਨੂੰ ਬਾਦਸ਼ਾਹੀ ਦਿੱਤੀ ਹੈ, ਉਹ ਤੋਂ ਬਿਲਕੁਲ ਉਲਟ ਸਾਨੂੰ ਸਰਦਾਰੀਆਂ ਅੰਗਰੇਜ਼ਾਂ ਨੇ ਦੇਣੀਆਂ ਸ਼ੁਰੂ ਕੀਤੀਆਂ। ਇੱਕ ਬਦਲਾਅ ਉੱਥੇ ਆਉਂਦਾ ਵੱਡੇ ਪੱਧਰ ਦੇ ਉੱਤੇ ਜਦੋਂ ਅਸੀਂ ਔਰਤ ਦੇ ਉੱਤੇ ਜ਼ੁਲਮ ਦੇਖਦੇ ਹਾਂ। ਪੰਜਾਬ ਦੇ ਵਿੱਚ ਅੰਸ਼ਕ ਰੂਪ ਦੇ ਵਿੱਚ ਜ਼ੁਲਮ ਇਸ ਤਰੀਕੇ ਨਾਲ ਨਹੀਂ ਜਿਵੇਂ ਵੈਸਟ ਦੇ ਵਿੱਚ ਹੋਇਆ। ਉਹ ਵੱਖਰੇ ਤੌਰ ਦੇ ਉੱਤੇ ਔਰਤ ਦੀ ਜਿਹੜੀ ਆਜ਼ਾਦੀ ਹੈ, ਅਸੀਂ ਉਦੋਂ ਨਾਨਕ ਸਿੰਘ ਜੀ ਨੇ ਬਹੁਤ ਨਾਵਲ ਲਿਖੇ ਨੇ। ਉਹਦੇ 'ਚ ਜਿਹੜੀ ਔਰਤ ਦੀ ਦਸ਼ਾ, ਉਹਨਾਂ ਨੇ ਬਿਲਕੁਲ ਸਹੀ ਤਸਵੀਰ ਉਹਨਾਂ ਨੇ ਪੇਸ਼ ਕੀਤੀ ਹੈ ਉਹਦੀ। ਹੁਣ ਉਸ ਟਾਈਮ ਦੇ ਉੱਤੇ ਜਿਹੜੀ ਪੱਤਰਕਾਰੀ ਸੀ, ਉਹ ਅੱਜ ਕੱਲ੍ਹ ਦੀ ਪੱਤਰਕਾਰੀ ਦੇ ਰੂਪ ਦੇ ਵਿੱਚ ਕੈਮਰਿਆਂ ਨਾਲ ਜਾਂ ਕੈਮਰਿਆਂ ਦੇ ਨਾਲ ਡਾਕੂਮੈਂਟਰੀਜ਼ ਬਣਾ ਕੇ ਇਸ ਤਰੀਕੇ ਦੀ ਨਹੀਂ ਸੀ ਹੁੰਦੀ। ਉਦੋਂ ਜਿਹੜਾ ਸਮਾਜ ਦਾ ਤੁਹਾਡੇ ਆਲੇ ਦੁਆਲੇ ਦਾ ਸੱਚ ਹੁੰਦਾ ਸੀ, ਉਹਨੂੰ ਨਾਵਲਾਂ ਦੇ ਰੂਪ ਦੇ ਵਿੱਚ, ਕਥਾ ਕਹਾਣੀਆਂ ਦੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ ਸੀ। ਉਹ ਹੌਲੀ ਹੌਲੀ ਕਿਤੇ ਜਦੋਂ ਨਾਵਲ ਛਪਦਾ ਸੀ, ਫਿਰ ਅੱਗੇ 4-5 ਸਾਲ, 6-7 ਸਾਲ ਦੇ ਵਿੱਚ ਜਾ ਕੇ ਕਿਤੇ ਪਾਠਕ ਕੋਲ ਪਹੁੰਚਦਾ ਸੀ, ਜਾਂ ਕੋਈ ਇੱਕ ਕਿਤਾਬ ਖਰੀਦ ਲੈਂਦਾ ਸੀ। ਉਹ 20-25 ਜਿਹੜੇ ਪਾਠਕ ਹੁੰਦੇ ਸੀ ਉਹਨਾਂ 'ਚ ਘੁੰਮਦੀ ਸੀ, ਉਹਨਾਂ ਦਾ ਜਿਹੜਾ ਸਰਕਲ ਹੁੰਦਾ ਸੀ ਉਹਨਾਂ ਦੇ ਵਿੱਚ। ਹੌਲੀ ਹੌਲੀ ਉਹ ਜਾਣਕਾਰੀ ਸਾਡੇ ਤੱਕ ਪਹੁੰਚਦੀ ਸੀ। ਪਰ ਅਸੀਂ ਉਹ ਜਿਵੇਂ ਉਸ ਵੇਲੇ ਦਾ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਔਰਤ ਦੇ ਉੱਤੇ ਜਿਹੜਾ ਦਬਾਅ ਸੀ ਘਰਾਂ ਦੇ ਵਿੱਚ, ਕਿਉਂਕਿ ਘਰ ਤੋਂ ਸ਼ੁਰੂ ਹੁੰਦਾ ਇਹ। ਸੁਸਾਇਟੀ ਦੇ ਵਿੱਚ ਸਾਡੀ ਔਰਤ ਬਹੁਤ ਦੇਰ ਬਾਅਦ ਨਿਕਲੀ ਹੈ। ਜਾਂ ਅਸੀਂ ਦੇਖਦੇ ਹਾਂ ਕਿ 1839 ਤੱਕ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਸਿੱਖ ਰਾਜ ਸੀ, ਉਦੋਂ ਤੱਕ ਔਰਤ ਬਹੁਤ ਜ਼ਿਆਦਾ, ਅਸੀਂ ਕਹਿੰਦੇ ਹਾਂ ਕਿ ਮੈਨੂੰ ਲੱਗਦਾ ਅੱਜ ਵੀ ਔਰਤ ਉਨੀ ਆਜ਼ਾਦ ਨਹੀਂ ਜਿਹੜੀ ਸਿੱਖ ਰਾਜ ਦੇ ਵਿੱਚ ਆਜ਼ਾਦ ਸੀ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਇਸ ਗੱਲ ਦਾ। ਰਾਣੀ ਰਾਜ ਕੌਰ ਜਿਹੜੀ ਹੈ
ਜਦੋਂ ਤੁਸੀਂ ਉਹਦਾ ਵਿਖਿਆਨ ਪੜ੍ਹਦੇ ਹੋ ਨਾ ਤੁਸੀਂ, ਤਾਂ ਉਹ ਇਤਿਹਾਸ ਦੇ ਵਿੱਚ ਲਿਖਿਆ ਤਾਂ ਇਸ ਤਰ੍ਹਾਂ ਹੋਇਆ ਕਿ ਉਹ ਰਾਜਾ ਗਜਪਤ ਸਿੰਘ ਤੇ ਰਾਣੀ ਗਜਪਤ ਕੌਰ ਜਿਹੜੇ ਜੀਂਦ ਦੇ ਮਹਾਰਾਜੇ ਸਨ, ਉਹਨਾਂ ਦੀ ਧੀ ਸੀ। ਪਰ ਜਦੋਂ ਅਸੀਂ ਤਹਿ ਤੱਕ ਜਾਈਏ ਨਾ, ਜਦੋਂ ਬਾਗੜੀਆਂ ਪਰਿਵਾਰ ਆ, ਭਾਈ ਅਸ਼ੋਕ ਸਿੰਘ ਬਾਗੜੀਆਂ ਨੇ, ਤੇ ਉਹਨਾਂ ਦਾ ਪਿਛੋਕੜ ਮੁਸਲਮਾਨਾਂ ਜਿਹੜੇ ਸੂਫੀ ਮੁਸਲਮਾਨ ਸੀ ਉਹਨਾਂ ਦੇ ਨਾਲ ਜੁੜਿਆ ਹੋਇਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਸ ਇਲਾਕੇ ਦੇ ਵਿੱਚ ਆਏ ਤਾਂ ਉਹਨਾਂ ਤੇ ਕਿਰਪਾ ਹੋਈ, ਤਾਂ ਉਦੋਂ ਉਹ ਸਿੱਖ ਬਣ ਗਏ ਸੀ ਮਹਾਰਾਜ ਦੇ। ਬਾਗੜੀਆਂ ਪਰਿਵਾਰ ਆ ਜਿਹੜਾ, ਬਾਗੜੀਆਂ ਪਰਿਵਾਰ ਦੇ ਜਿਹੜੇ ਵੱਡੇ ਵਡੇਰੇ ਸੀ, ਤਾਂ ਉਹਨਾਂ ਨੇ ਉਸ ਵੇਲੇ, ਕਿਉਂਕਿ ਉਹ ਮਹਾਰਾਜਾ ਜੀਂਦ ਦੇ ਨੌਕਰੀ ਕਰਦੇ ਸਨ, ਤਾਂ ਉਦੋਂ ਇੱਕ ਉੱਥੇ ਦਰਿਆ ਵਗਦਾ ਸੀ ਨੇੜਿਓਂ, ਬਡਰੂਖਾਂ ਦੇ ਨੇੜਿਓਂ। ਬਡਰੂਖਾਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ। ਉਸ ਦਰਿਆ ਦੇ ਵਿੱਚ ਇੱਕ ਟੋਕਰਾ ਰੁੜਦਾ ਆਇਆ, ਉਹਨਾਂ ਨੇ ਫੜਿਆ, ਉਹਦੇ 'ਚ ਇੱਕ ਬੱਚੀ ਸੀ। ਉਸ ਬੱਚੀ ਨੂੰ ਉਹਨਾਂ ਨੇ, ਉਹ ਟੋਕਰੇ ਨੂੰ ਫੜਿਆ, ਬੱਚੀ ਨੂੰ ਵਿੱਚੋਂ ਕੱਢਿਆ, ਤਾਂ ਉਹਦਾ ਪਾਲਣ ਪੋਸ਼ਣ ਕੀਤਾ, ਤੇ ਉਸ ਤੋਂ ਬਾਅਦ ਉਹ ਰਾਜਾ ਗਜਪਤ ਸਿੰਘ ਉਹ ਬੱਚੀ ਨੂੰ ਲੈ ਗਏ, ਕਿਉਂਕਿ ਉਹ ਉਹਨਾਂ ਦੇ ਜਿਹੜੇ ਸੀ ਵਜ਼ੀਰ ਸੀ ਉਹ ਬਾਗੜੀਆਂ ਪਰਿਵਾਰ ਵਿੱਚੋਂ। ਉਹ ਬੱਚੀ ਦਾ ਪਾਲਣ ਪੋਸ਼ਣ ਕੀਤਾ, ਵੱਡੀ ਹੋਈ, ਉਹਦਾ ਨਾਮ ਰਾਜਕੌਰ ਸੀ ਉਸ ਬੱਚੀ ਦਾ। ਉਹ ਬੱਚੀ ਜਿਹੜੀ ਵੱਡੀ ਹੋ ਕੇ ਉਹਨੇ ਉਹਦਾ ਵਿਆਹ ਸਰਦਾਰ ਮਹਾਂ ਸਿੰਘ ਨਾਲ ਕੀਤਾ ਗਿਆ। 17 ਸਾਲ ਦਾ ਸੀ ਮਹਾਂ ਸਿੰਘ ਉਦੋਂ, ਤੇ ਬੱਚੀ ਦੀ ਉਮਰ 15 ਸਾਲ ਸੀ ਰਾਜਕੌਰ ਦੀ, ਤੇ ਉਹਨੇ 6 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਸੀ। ਤੇ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਕਿ ਔਰਤ ਦਾ ਰੁਤਬਾ ਜਿਹੜਾ ਸਿੱਖ ਫਿਲਾਸਫੀ ਦੇ ਮੁਤਾਬਕ ਕੀ ਹੈ, ਤੇ ਗੁਰੂ ਸਾਹਿਬਾਨ ਨੇ ਜਿਹੜੇ, ਤੇ ਉਹ ਔਰਤ ਨੂੰ ਕਿਸ ਹੱਦ ਤੱਕ ਕਿੰਨੇ ਉੱਚੇ ਮਤਲਬ ਰੱਖਦੇ ਸਨ। ਸੋ ਇਹ ਜਿਹੜੇ ਸੰਸਕਾਰ ਨੇ ਸਾਡੇ 'ਚ, ਇਹ 1469 ਤੋਂ ਹੀ ਸਾਡੇ ਸਮਾਜ ਦੇ ਵਿੱਚ, ਸਾਡੀ ਕੌਮ ਦੇ ਵਿੱਚ, ਇਹ ਸਾਡੇ ਲਹੂ ਦੇ ਵਿੱਚ, ਇਹ ਸਾਡੀਆਂ ਰਗਾਂ ਦੇ ਵਿੱਚ ਦੌੜ ਰਹੇ ਨੇ ਇਹ ਸੰਸਕਾਰ। ਇਹਦੇ ਲਈ ਸਾਨੂੰ ਕਿਸੇ ਵਿਸ਼ੇਸ਼ ਤਰ੍ਹਾਂ ਦੀ ਪੜ੍ਹਾਈ ਦੀ ਜਾਂ ਵਿਸ਼ੇਸ਼ ਤਰ੍ਹਾਂ ਦੀਆਂ ਕਲਾਸਾਂ ਦੀ ਜ਼ਰੂਰਤ ਨਹੀਂ ਹੁੰਦੀ, ਇਹ ਸਾਡੇ ਖੂਨ 'ਚ ਹੈ। ਜੇ ਅਸੀਂ ਤਲਵਾਰ ਨੂੰ ਦੇਖ ਕੇ ਉਤੇਜਿਤ ਹੁੰਦੇ ਹਾਂ, ਤਲਵਾਰ ਫੜਨ ਨੂੰ ਸਾਡਾ ਦਿਲ ਕਰਦਾ, ਗਨ ਫੜਨ ਨੂੰ ਦਿਲ ਕਰਦਾ, ਜਾਂ ਝੂਲਦਾ ਨਿਸ਼ਾਨ ਸਾਹਿਬ ਦੇਖ ਕੇ ਸਾਡਾ ਮਨ ਗਦਗਦ ਹੁੰਦਾ, ਇਹ ਕੋਈ ਵਿਸ਼ੇਸ਼ ਤਰ੍ਹਾਂ ਦੀ ਪੜ੍ਹਾਈ ਦੇ ਜ਼ਰੀਏ ਨਹੀਂ ਆਇਆ ਸਾਡੇ 'ਚ, ਇਹ ਸਾਡੇ ਖੂਨ 'ਚ ਹੈ। ਸੋ ਐਸੇ ਤਰੀਕੇ ਨਾਲ ਜਿਹੜਾ ਔਰਤ ਦਾ ਸਤਿਕਾਰ ਹੈ, ਤਾਂ ਉਹ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਦੇ ਰਾਹੀਂ ਸਾਡੇ ਖੂਨ ਦੇ ਵਿੱਚ ਟਰੈਵਲ ਕਰ ਰਿਹਾ। ਸੋ ਮੈਂ ਗੱਲ ਕਰ ਰਿਹਾ ਸੀ ਕਿ 1909 ਦੇ ਵਿੱਚ ਇਹ ਸ਼ੁਰੂਆਤ ਹੋਈ। ਬਹੁਤ ਮਾੜੀ ਹਾਲਤ ਸੀ ਉਦੋਂ ਔਰਤ ਦੀ, ਤੇ ਮੈਂ ਇਸ ਸਰੂਪ ਦੇ ਵਿੱਚ ਆਉਣ ਤੋਂ ਪਹਿਲਾਂ, ਜਾਂ ਪੰਜਾਬ ਦੇ ਵਿੱਚ ਸਿੱਖ ਪੱਤਰਕਾਰੀ ਦੇ ਵਿੱਚ ਆਪਣੇ ਰੁਝੇਵੇਂ ਤੋਂ ਪਹਿਲਾਂ ਕੁਝ ਔਰਤ ਦਿਵਸ ਸਮਾਗਮਾਂ ਦੇ ਵਿੱਚ ਗਿਆ, ਤਾਂ ਉੱਥੇ ਜਿਹੜੇ ਔਰਤ ਦੇ ਸਮਾਗਮ ਹੁੰਦੇ ਸੀ, ਉਹ ਜਿਹੜੀਆਂ ਖੱਬੇ ਪੱਖੀ ਵਿਚਾਰਧਾਰਾਵਾਂ ਨਾਲ ਜੁੜੀਆਂ ਹੋਈਆਂ ਔਰਤਾਂ ਨੇ, ਜਾਂ ਉਹਨਾਂ ਦੇ ਪਤੀ ਨੇ, ਉਹ ਆਪਣੀਆਂ ਔਰਤਾਂ ਨੂੰ ਜਾਂ ਹੋਰ ਇਸ ਤਰੀਕੇ ਨਾਲ ਜਥੇਬੰਦ ਕਰਕੇ ਉਹ ਪ੍ਰੋਗਰਾਮ ਕਰਵਾਉਂਦੇ ਨੇ, ਜਿਨ੍ਹਾਂ ਦੇ ਵਿੱਚ ਸਰਕਾਰ ਦੀ ਵੀ ਉਹਦੇ 'ਚ ਜਿਹੜੀ ਹੁੰਦੀ ਹੈ ਹੱਲਾਸ਼ੇਰੀ ਹੁੰਦੀ ਹੈ, ਉਹਨਾਂ ਦੀਆਂ ਗਰਾਂਟਾਂ ਹੁੰਦੀਆਂ ਨੇ, ਉਹਨਾਂ ਦਾ ਪੈਸਾ ਵਿੱਚ ਲੱਗਿਆ ਹੁੰਦਾ, ਤੇ ਸਰਕਾਰ ਦੀ ਮਦਦ ਦੇ ਨਾਲ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ। ਉਹਨਾਂ 'ਚ ਕੀ ਹੁੰਦਾ ਕਿ ਉਹ ਸਮਾਗਮ ਕਰਕੇ ਔਰਤ ਨੂੰ ਵਿਸ਼ੇਸ਼ ਤੌਰ ਦੇ ਉੱਤੇ ਉਤੇਜਿਤ ਕਰਦੇ ਨੇ, ਕੁਝ ਇਹੋ ਜਿਹੀਆਂ ਗੱਲਾਂ ਵੱਲ ਉਤੇਜਿਤ ਕਰਦੇ ਨੇ, ਤਾਂ ਕਿ ਉਹ ਜਿਹੜੀਆਂ ਸਮਾਜ ਦੀਆਂ ਪ੍ਰਚਲਿਤ ਕਦਰਾਂ ਕੀਮਤਾਂ ਹੁੰਦੀਆਂ ਨੇ, ਵੈਲਿਊਜ਼ ਹੁੰਦੀਆਂ ਨੇ, ਉਹਨਾਂ ਨੂੰ ਤੋੜਨ। ਉਹ ਖੱਬੇ ਪੱਖੀ ਜਮਾਤਾਂ ਨੇ, ਉਹ ਖੱਬੇ ਪੱਖੀ ਜਥੇਬੰਦੀਆਂ ਨਾਲ ਸੰਬੰਧਿਤ ਔਰਤਾਂ ਨੇ, ਜਿਹੜੀਆਂ ਸਾਡੀਆਂ ਵੈਲਿਊਜ਼ ਨੇ, ਉਹਨਾਂ ਨੂੰ ਉਹ ਇਸ ਤਰੀਕੇ ਨਾਲ ਤੋੜਨ ਦੀ ਗੱਲ ਕਰਦੀਆਂ ਨੇ। ਉਹਨਾਂ ਨੂੰ ਉਹ ਗੁਲਾਮੀ ਦਾ ਨਾਮ ਦਿੰਦੀਆਂ ਨੇ ਕਿ ਇਹ ਔਰਤ ਨੂੰ ਦਬਾਇਆ ਜਾ ਰਿਹਾ। ਜਦੋਂ ਸਿਰ ਤੇ ਚੁੰਨੀ ਦੀ ਗੱਲ ਹੁੰਦੀ ਹੈ, ਜਾਂ ਜਦੋਂ ਸਾਡੇ ਪਹਿਰਾਵੇ ਦੀ ਗੱਲ ਹੁੰਦੀ ਹੈ, ਤਾਂ ਅੱਜ ਵੀ ਉਹ ਲੋਕ ਕਹਿੰਦੇ ਨੇ ਕਿ ਇਹ ਦੇਖੋ, ਇਹ ਤਾਲਿਬਾਨੀ ਹੁਕਮ ਕਰਦੇ ਨੇ ਕਿ ਸਿਰ ਢੱਕ ਕੇ ਰੱਖਿਆ ਕਰੋ, ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰੋ, ਜਾਂ ਇਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਸਾਡੇ ਸਮਾਜ ਨੂੰ। ਜਿਹੜੇ ਸਿੱਖ ਲੋਕ ਨੇ ਉਹ ਖੁੱਲ੍ਹੇ ਤੌਰ ਤੇ ਅੱਜ ਇਹ ਗੱਲ ਕਰ ਰਹੇ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਮੈਂ ਉਹਨਾਂ ਸਮਾਗਮਾਂ ਦੇ ਵਿੱਚ ਗਿਆ, ਮੈਂ ਉਹਨਾਂ ਸਮਾਗਮਾਂ ਦੇ ਵਿੱਚ ਇੱਕ
ਬੁਲਾਰੇ ਦੇ ਤੌਰ ਤੇ ਨਹੀਂ, ਇੱਕ ਮਹਿਮਾਨ ਦੇ ਤੌਰ ਦੇ ਉੱਤੇ, ਇਨਵਾਈਟੀ ਦੇ ਤੌਰ ਦੇ ਉੱਤੇ ਗਿਆ। ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ, ਮੈਨੂੰ ਬਹੁਤ ਹੱਦ ਤੱਕ ਇੱਦਾਂ ਲੱਗਾ ਕਿ ਅਸਲ ਦੇ ਵਿੱਚ ਇਹ ਲੋਕ ਕਿਸੇ ਤੈਅਸ਼ੁਦਾ ਸਾਜ਼ਿਸ਼ ਦੇ ਤਹਿਤ, ਇੱਕ ਪਲੈਨਿੰਗ ਦੇ ਤਹਿਤ ਇਹ ਲੋਕ ਪ੍ਰੋਗਰਾਮ ਕਰ ਰਹੇ ਨੇ। ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਕਸਬੇ ਦੇ ਵਿੱਚ ਉਹ ਪ੍ਰੋਗਰਾਮ ਕਰਦੇ ਨੇ, ਹਰ ਸਾਲ ਕਰਦੇ ਨੇ। ਅਤੇ ਉੱਥੇ ਜਿਹੜੀਆਂ ਸਾਡੀਆਂ ਕੁੜੀਆਂ ਹੁੰਦੀਆਂ ਨੇ, ਖਾਸ ਕਰਕੇ ਕਾਲਜਾਂ ਦੇ ਵਿੱਚ ਪੜ੍ਹਦੀਆਂ ਨੇ ਕੁੜੀਆਂ, ਜਾਂ ਹੋਰ ਸਾਡੇ ਘੇਰੇ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ, ਉਹਨਾਂ ਨੂੰ ਸੱਦ ਕੇ ਉੱਥੇ ਉਹਨਾਂ ਨੂੰ 2-2 3-3 ਘੰਟੇ ਲੈਕਚਰ ਦੇ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਭਰਿਆ ਜਾਂਦਾ, ਨਾਮ ਲੈ ਕੇ ਨਹੀਂ, ਇੱਕ ਸਾਜ਼ਿਸ਼ੀ ਜਿਹੜੀ ਚੀਜ਼ ਹੁੰਦੀ ਹੈ, ਸਾਜ਼ਿਸ਼ੀ ਤਰੀਕੇ ਨਾਲ ਤਿਆਰ ਕੀਤੀ ਹੁੰਦੀ ਹੈ, ਉਸ ਤਰੀਕੇ ਨਾਲ ਘੜ ਕੇ ਉਹ ਸਾਡੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ ਕਿ ਇਹ ਜਿਹੜੀਆਂ ਕਦਰਾਂ ਕੀਮਤਾਂ ਨੇ ਤੁਹਾਡੀਆਂ, ਇਹ ਜਿਹੜੀਆਂ ਤੁਹਾਡੀਆਂ ਪਰੰਪਰਾਵਾਂ ਨੇ, ਇਹ ਤੁਹਾਨੂੰ ਗੁਲਾਮ ਬਣਾ ਰਹੀਆਂ ਨੇ, ਇਹ ਤੁਹਾਡੇ ਤੇ ਤਸ਼ੱਦਦ ਕਰ ਰਹੀਆਂ ਨੇ। ਇਸ ਤਰੀਕੇ ਨਾਲ ਪਾਇਆ ਜਾਂਦਾ। ਤੇ ਮੈਂ ਦੇਖਦਾ ਕਿ 1947 ਤੋਂ ਬਾਅਦ ਹੀ ਜਦੋਂ ਪੰਜਾਬ ਦੇ ਵਿੱਚ ਹਰਾ ਇਨਕਲਾਬ ਆਇਆ, ਪੰਜਾਬ ਦੇ ਵਿੱਚ ਪਹਿਲੀ ਜਿਹੜੀ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਤੁਰੰਤ ਬਾਅਦ ਸਿੱਖਾਂ ਨੂੰ ਗਦਾਰੀਆਂ ਕਰਨ ਦੇ ਲਈ ਸਰਦਾਰੀਆਂ ਦੇ ਖਿਤਾਬ ਦੇਣੇ ਸ਼ੁਰੂ ਕੀਤੇ। ਉਸ ਵੇਲੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਘਰ ਕੀਤੀ ਕਿ ਔਰਤ ਸਾਡੀ ਸੁਰੱਖਿਅਤ ਨਹੀਂ, ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਖਿਤਾਬ ਦਿੱਤੇ ਹੋਏ ਜਿਹੜੇ ਲੋਕ ਸਨ, ਜਿਨ੍ਹਾਂ ਨੇ ਉਹ ਖਿਤਾਬ ਹਾਸਲ ਕੀਤੇ ਹੋਏ ਸਨ, ਉਹ ਲੋਕ ਪਿੰਡਾਂ ਦੀਆਂ ਆਪਣੀਆਂ ਔਰਤਾਂ ਨੂੰ ਜਾਂ ਆਪਣੇ ਆਲੇ ਦੁਆਲੇ ਨੂੰ ਉਸ ਤਰੀਕੇ ਨਾਲ ਦੇਖਦੇ ਸਨ, ਜਿਹਦੇ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਔਰਤ ਇੱਥੇ ਸੁਰੱਖਿਅਤ ਨਹੀਂ। ਕਿਉਂਕਿ ਉਹ ਵਿਅਕਤੀ ਵਿਸ਼ੇਸ਼ ਜਿਸ ਨੂੰ ਅੰਗਰੇਜ਼ਾਂ ਨੇ ਇਨਾਮ ਦਿੱਤੇ ਹੁੰਦੇ ਸੀ, ਅਵਾਰਡ ਦਿੱਤੇ ਹੁੰਦੇ ਸੀ, ਜਦੋਂ ਉਸ ਦੇ ਖਿਲਾਫ ਕੋਈ ਸ਼ਿਕਾਇਤ ਕਰਦਾ ਸੀ ਤਾਂ ਉਹਦੀ ਸ਼ਿਕਾਇਤ ਅੰਗਰੇਜ਼ਾਂ ਦੇ ਥਾਣੇ ਕਚਹਿਰੀਆਂ ਦੇ ਵਿੱਚ ਸੁਣੀ ਨਹੀਂ ਸੀ ਜਾਂਦੀ। ਸੋ ਆਮ ਵਿਅਕਤੀ ਹੁੰਦੇ ਸੀ ਜਿਹੜੇ ਉਹ ਡਰ ਕੇ ਰਹਿਣ ਲੱਗ ਪਏ ਸਨ। ਉੱਥੋਂ ਇਹ ਗੱਲ ਹੌਲੀ ਹੌਲੀ ਅੱਗੇ ਵੱਧਦੀ ਹੈ, ਕਿਉਂਕਿ ਉਹ ਇਨਾਮ ਲੈਣ ਵਾਲੇ ਜਾਂ ਪੰਜਾਬ ਦੇ ਨਾਲ, ਕੌਮ ਦੇ ਨਾਲ ਗਦਾਰੀਆਂ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ, ਕਿਉਂਕਿ ਹਰ ਬੰਦਾ ਸੁੱਖ ਆਰਾਮ ਦੀ ਜ਼ਿੰਦਗੀ ਤੇ ਰਾਤੋਂ ਰਾਤ ਅਮੀਰ ਬਣਨਾ ਤੇ ਰਾਤੋਂ ਰਾਤ ਵੱਡਾ ਰੁਤਬਾ ਹਾਸਲ ਕਰਨ ਬਾਰੇ ਸੋਚਦਾ ਰਹਿੰਦਾ। ਸੋ ਉਹਨਾਂ ਨੂੰ ਸੌਖਾ ਤਰੀਕਾ ਲੱਗਿਆ ਕਿ ਅਸੀਂ ਇਸ ਤਰੀਕੇ ਨਾਲ ਜਿਹੜਾ ਹੈ ਉਹ ਆਪਣੀਆਂ ਲਾਲਸਾਵਾਂ ਵੀ ਪੂਰੀਆਂ ਕਰਾਂਗੇ ਤੇ ਅੰਗਰੇਜ਼ ਦੇ ਭਗਤ ਵੀ ਬਣੇ ਰਹਾਂਗੇ। ਸੋ ਉਹਦੇ ਨਾਂਹ ਪੱਖੀ ਜਿਹੜੇ ਸੀ ਨਤੀਜੇ ਉਹ ਮੈਂ ਪੜ੍ਹੇ, ਮੈਂ ਉਹਨਾਂ ਦਾ ਅਧਿਐਨ ਕਰਕੇ ਖੋਜ ਕੀਤੀ ਕਿ ਆਹ ਨਾਂਹ ਪੱਖੀ ਨਤੀਜੇ ਨਿਕਲੇ ਉਸ ਚੀਜ਼ ਦੇ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਸੀਂ ਦੇਖਦੇ ਹਾਂ। ਸੋ ਮਹਾਰਾਜਾ ਰਣਜੀਤ ਸਿੰਘ ਨੇ ਐਸੇ ਕਰਕੇ ਕਿ ਔਰਤ ਦਾ ਸਾਡੇ ਸਮਾਜ ਦੇ ਉੱਤੇ ਇੱਕ ਅਸਰ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਪੈਂਦਾ, ਐਸੇ ਕਰਕੇ ਉਹਨਾਂ ਨੇ ਔਰਤ ਦੀ ਜਿਹੜੀ ਸਿੱਖਿਆ ਸੀ ਉਸ ਦੇ ਉੱਤੇ ਵੱਧ ਤਰਜੀਹ ਦਿੱਤੀ। ਉਹਨਾਂ ਨੇ ਔਰਤ ਨੂੰ ਇੱਕ ਅਸੀਂ ਕਹਾਂਗੇ ਕਿ ਆਲ ਰਾਊਂਡਰ ਦੇ ਤੌਰ ਦੇ ਉੱਤੇ, ਕਿ ਉਹ ਸਮਾਜ ਦੇ ਵਿੱਚ ਇੱਕ ਜੇ ਕੁਛ ਸਾਡੇ ਟੈਬੂਜ਼ ਨੇ ਕੁਛ ਹੱਦ ਤੱਕ ਉਹ ਸ਼ੁਰੂ ਤੋਂ ਹੀ ਰਹੇ ਨੇ, ਉਹ ਆਦਿਕਾਲ ਤੋਂ ਹੀ ਰਹੇ ਨੇ। ਜੇ ਕੁਝ ਕਾਰਨ ਕਰਕੇ ਕੁਝ ਜਿਹੜੇ ਐਕਸ਼ਨ ਹੁੰਦੇ ਨੇ ਔਰਤ ਨਹੀਂ ਕਰ ਸਕਦੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਪਾਸੇ ਵੱਲ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇ ਕੇ ਉਹ ਟੈਬੂ ਸਾਰੇ ਉਤਾਰ ਦਿੱਤੇ ਤੇ ਔਰਤ ਨੂੰ ਅੱਗੇ ਜਿੰਨਾ ਆਉਣ ਦਾ ਮੌਕਾ ਮਿਲਿਆ ਉਹ ਉਹਨਾਂ ਦੀ ਮਾਂ ਤੋਂ ਲੈ ਕੇ ਹੀ, ਵੈਸੇ ਤਾਂ ਸਾਰਾ ਗੁਰੂ ਕਾਲ ਭਰਿਆ ਹੋਇਆ, ਕਿਤੇ ਵੀ ਅਸੀਂ ਕੋਈ ਇਹੋ ਜਿਹੀ ਅਸੀਂ ਗੱਲ ਨਹੀਂ ਦੇਖਦੇ ਹੈਗੇ ਜਿੱਥੇ ਕੋਈ ਕਿੰਤੂ ਪਰੰਤੂ ਹੋਇਆ ਹੋਵੇ ਇਸ ਗੱਲ ਤੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਖਾਸ ਤੌਰ ਦੇ ਉੱਤੇ ਔਰਤ ਦੀ ਸਿੱਖਿਆ ਵੱਲ ਧਿਆਨ ਦਿੱਤਾ ਤੇ ਉਹਦਾ ਨਤੀਜਾ ਸੀ ਕਿ ਜਿਹੜਾ ਪੰਜਾਬ ਹੈ ਉਹ ਸਭ ਤੋਂ ਬਾਅਦ ਦੇ ਵਿੱਚ ਲੜਦਾ ਹੋਇਆ ਸੰਘਰਸ਼ ਕਰਦਾ ਹੋਇਆ ਅੰਗਰੇਜ਼ਾਂ ਦੇ ਜਿਹੜੇ ਅਸੀਂ ਦੇਖਦੇ ਹਾਂ ਕਿ ਕਬਜ਼ੇ 'ਚ ਗਿਆ। ਉਹ ਵੀ ਜਿਹੜੀ ਤਲਵਾਰ ਦੀ ਜੰਗ ਸੀ ਜਾਂ ਜਿਹੜੀ ਜ਼ੋਰ ਦੀ ਜੰਗ ਸੀ ਉਹਦੇ 'ਚ ਪੰਜਾਬ ਨਹੀਂ ਹਾਰਿਆ ਹੁਣ ਤੱਕ ਕਦੇ ਵੀ। ਉਹ ਤਾਂ ਧੋਖੇ ਨਾਲ ਜਿਹੜਾ ਮਿਸ ਇਨਫੋਰਮੇਸ਼ਨ ਫੈਲਾਈ ਗਈ ਪੰਜਾਬ ਦੇ ਵਿੱਚ ਕਿ ਸਿੱਖ ਤਾਂ ਹਾਰ ਗਏ ਨੇ, ਅੰਗਰੇਜ਼ ਜਿੱਤ ਗਏ, ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪੰਜਾਬ ਦੇ ਵਿੱਚ, ਤੇਜਾ ਸਿੰਘ, ਪਹਾੜਾ ਸਿੰਘ ਤੇ ਲਾਲ ਸਿੰਘ ਵਰਗਿਆਂ ਦੀ ਜਿਹੜੀ ਗਦਾਰੀ ਕਰਕੇ, ਉਹ ਅਸੀਂ ਉਹਦੇ ਉਸ ਰੂਪ 'ਚ ਦੇਖਦੇ ਹਾਂ। ਪੰਜਾਬ ਹੁਣ ਤੱਕ ਹਾਰਿਆ ਕਿਉਂ ਨਹੀਂ? ਪੰਜਾਬ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਜਿਹੜਾ ਹੈ ਕਿਸੇ ਦੀ ਏਨ ਕਿਉਂ ਨਹੀਂ ਮੰਨੀ? ਉਹ ਸਿਰਫ ਸਾਡੀ ਜਿਹੜੀ ਔਰਤ ਆ ਉਹਦੇ ਕਰਕੇ। ਅਸੀਂ ਮਾਤਾ ਗੁਜਰ ਕੌਰ ਜੀ ਨੂੰ ਦੇਖਦੇ ਹਾਂ ਨਾ, ਮਾਤਾ ਗੁਜਰ ਕੌਰ ਜੀ ਦਾ ਪਤੀ ਵੀ ਸ਼ਹੀਦ ਹੋ ਗਿਆ
ਦਿੱਲੀ ਦੇ ਵਿੱਚ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੋਰ ਜਿਹੜੇ ਮੈਂਬਰ ਨੇ ਉਹ ਵੀ ਗੁਰੂ ਸਾਹਿਬ ਨਾਲ ਜੰਗ ਲੜਦੇ ਹੋਏ ਸ਼ਹੀਦ ਹੋਏ ਨੇ। ਉਹਨਾਂ ਦਾ ਭਰਾ ਸ਼ਹੀਦ ਹੁੰਦਾ। ਤੇ ਅਸੀਂ ਦੇਖਦੇ ਹਾਂ ਕਿ ਠੰਡੇ ਬੁਰਜ ਦੇ ਵਿੱਚ ਜਦੋਂ ਮਾਤਾ ਜੀ ਕੈਦ ਨੇ ਆਪਣੇ 2 ਛੋਟੇ ਛੋਟੇ ਪੋਤਰਿਆਂ ਦੇ ਨਾਲ, ਤਾਂ ਮਾਤਾ ਜੀ ਆਪਣੀ ਹੱਥੀਂ ਉਹਨਾਂ ਨੂੰ ਤੋਰਦੇ ਨੇ। ਜਦੋਂ ਆਖਰੀ ਦਿਨ ਆਖਰੀ ਵਾਰ ਸਾਰੀਆਂ ਤਰੀਕਾਂ ਪੈ ਲੈਂਦੀਆਂ ਨੇ ਸੂਬੇ ਦੀ ਕਚਹਿਰੀ ਦੇ ਵਿੱਚ, ਆਖਰੀ ਵਾਰ ਜਦੋਂ ਜਿਹੜੇ ਚੌਬਦਾਰ ਨੇ ਉਹ ਲੈ ਕੇ ਜਾਂਦੇ ਨੇ ਛੋਟੇ ਬੱਚਿਆਂ ਨੂੰ ਕਿ ਆਓ, ਤਾਂ ਮਾਤਾ ਜੀ ਨੂੰ ਪਤਾ ਕਿ ਇਹ ਇਹਨਾਂ ਦਾ ਆਖਰੀ ਵਾਰ ਮੈਂ ਮੂੰਹ ਦੇਖ ਰਹੀ ਹਾਂ। ਉਹ ਮਾਤਾ ਜੀ ਦਾ ਜਿਗਰਾ ਦੇਖੋ। ਉਹ ਚੀਜ਼ਾਂ ਸਾਨੂੰ ਇਤਿਹਾਸ 'ਚੋਂ ਮਿਲਦੀਆਂ ਨੇ। ਇਹ ਸਾਡਾ ਇਤਿਹਾਸ ਹੈ। ਇਹ ਦੁਨੀਆ ਦਾ ਹੋਰ ਕੋਈ ਇਤਿਹਾਸ ਹੈ ਇਸ ਤਰ੍ਹਾਂ ਦੀ ਬਾਤ ਨਹੀਂ ਪਾਉਂਦਾ ਹੈਗਾ। ਇਹ ਇਤਿਹਾਸ ਹੈ। ਹੁਣ ਜਦੋਂ ਮੈਂ ਆਪਣੇ ਆਪ ਨੂੰ ਇਸ ਰੂਪ ਦੇ ਵਿੱਚ ਦੇਖਦਾ ਜਾਂ ਇਸ ਤਰੀਕੇ ਨਾਲ ਤੁਹਾਡੇ ਦਰਮਿਆਨ ਗੱਲ ਕਰ ਰਿਹਾ, ਤਾਂ ਮੈਨੂੰ ਲੱਗਦਾ ਕਿ ਉਹ ਇਤਿਹਾਸ ਮੇਰੇ ਅੰਗ ਸੰਗ ਚੱਲਦਾ। ਕਿਵੇਂ ਚੱਲਦਾ? ਮੈਂ ਆਪਣੀ ਮਾਤਾ ਨੂੰ ਪੁੱਛਿਆ ਹੁਣ ਵੱਡਾ ਹੋ ਕੇ, ਮੈਨੂੰ ਛੋਟੇ ਹੁੰਦੇ ਦੀਆਂ ਗੱਲਾਂ ਯਾਦ ਆਈਆਂ ਕਿ ਅਸੀਂ 5 ਭੈਣ ਭਰਾ। ਮੈਂ ਕਿਹਾ ਮੈਂ ਛੋਟਾ ਸਭ ਤੋਂ। ਜਿਹੜੀਆਂ ਕਹਾਣੀਆਂ ਤੁਸੀਂ ਮੈਨੂੰ ਸੁਣਾਉਂਦੇ ਸੀ ਉਹ ਦੂਜਿਆਂ ਨੂੰ ਕਿਉਂ ਨਹੀਂ ਸੀ ਸੁਣਾਉਂਦੇ ਹੈਗੇ? ਕਿਉਂਕਿ ਮਾਤਾ ਨੇ ਮੈਨੂੰ ਸੁਣਾਉਣਾ ਕਿ ਛੋਟੇ ਬੱਚੇ ਕਿਵੇਂ ਨੀਹਾਂ ਦੇ ਵਿੱਚ ਚਿਣੇ ਜਾਣ ਲਈ ਆਪ ਤੁਰ ਕੇ ਗਏ, ਕਿਵੇਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ 5 ਸਿੰਘਾਂ ਦਾ ਜਥਾ ਲੈ ਕੇ ਕਿਵੇਂ ਚਮਕੌਰ ਦੀ ਲੜਾਈ ਦੇ ਵਿੱਚ ਕੱਚੀ ਗੜੀ ਦੇ ਵਿੱਚੋਂ ਨਿਕਲ ਕੇ 10 ਲੱਖ ਦੀ ਫੌਜ ਦੇ ਨਾਲ ਲੜਨ ਗਏ। ਮੈਨੂੰ ਹੀ ਕਿਉਂ? ਉਹ ਕਹਿੰਦੀ, ਉਹਦਾ ਬੜਾ ਸਰਲ ਜਿਹਾ ਜਵਾਬ ਸੀਗਾ। ਮਾਤਾ ਕਹਿੰਦੀ ਕਿ ਮੈਂ ਮਾਂ ਆ ਤੇਰੀ। ਇਹ ਸਾਰੀਆਂ ਮਾਵਾਂ ਸੁਣ ਰਹੀਆਂ ਨੇ। ਮਾਂ ਦੀ ਇੱਕ ਖਾਸ ਗੱਲ ਹੁੰਦੀ ਹੈ ਕਿ ਉਹਨੂੰ ਪਹਿਚਾਣ ਹੁੰਦੀ ਹੈ ਹਰ ਬੱਚੇ ਦੀ ਕਿ ਕੌਣ ਬੱਚਾ ਕੀ ਕਰ ਸਕਦਾ, ਕਿੰਨੇ ਪਾਣੀ 'ਚ। ਮਾਤਾ ਨੇ ਬੜੀ ਸਰਲਤਾ ਨਾਲ ਕਿਹਾ ਕਿ ਮੈਂ ਤੇਰੀ ਮਾਂ ਆ, ਤੇ ਜਦੋਂ ਮੈਂ ਤੈਨੂੰ ਖੇਡਦੇ ਹੋਏ ਨੂੰ ਦੇਖਦੀ ਸੀ ਜਾਂ ਤੇਰੇ ਹੱਥ ਦੇ ਵਿੱਚ ਕੋਈ ਕਦੇ ਤੂੰ ਲੱਕੜ ਦੀ ਪਿਸਤੌਲ ਦੇ ਨਾਲ ਠਾਹ ਕਰਕੇ ਤੂੰ ਦੂਜੇ ਵੱਲ ਐਕਸ਼ਨ ਕਰਦਾ ਸੀ ਖੇਡਦਾ ਹੋਇਆ, ਜਾਂ ਤੂੰ ਕਦੇ ਉੱਚੇ ਚਬੂਤਰੇ ਤੇ ਖੜ ਕੇ ਕਿਸੇ ਨੂੰ ਹੁਕਮ ਦਿੰਦਾ ਸੀ ਦੂਜੇ ਬੱਚਿਆਂ ਨੂੰ ਕਿ ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ, ਵੀ ਹੁਣ ਆਪਾਂ ਡਾਕੂ ਤੇ ਪੁਲਿਸ ਦਾ ਜਾਂ ਕੋਈ ਇਸ ਤਰ੍ਹਾਂ ਦਾ ਆਪਾਂ ਨਾਟਕ ਕਰਦੇ ਹਾਂ। ਤੇ ਮੈਨੂੰ ਲੱਗਦਾ ਸੀ ਕਿ ਤੂੰ ਬਾਕੀਆਂ ਤੋਂ ਵੱਖਰਾ। ਬਾਕੀਆਂ ਨੂੰ ਇਹ ਕਥਾ ਵਾਰਤਾਵਾਂ ਦੀ ਜ਼ਰੂਰਤ ਨਹੀਂ ਸੀ। ਮੈਨੂੰ ਪਤਾ ਸੀ ਜੋ ਤੂੰ ਹੁਣ ਐਕਸ਼ਨ ਕਰ ਰਿਹਾ ਹੈ ਇਹ ਭਵਿੱਖ ਦੇ ਵਿੱਚ ਤੈਨੂੰ ਕਿਸੇ ਵੱਡੀ ਮੁਸੀਬਤ 'ਚ ਵੀ ਫਸਾ ਸਕਦੇ ਨੇ। ਇਹ ਤੇਰੀ ਤਿਆਰੀ ਹੋ ਰਹੀ ਹੈ, ਤੇ ਉਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਤੈਨੂੰ ਸਾਡੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਵਧੀਆ ਕੋਈ ਚਾਨਣ ਮੁਨਾਰਾ ਨਹੀਂ ਹੋ ਸਕਦਾ। ਤੇ ਤਾਂ ਕਰਕੇ ਮੈਂ ਤੈਨੂੰ ਸੁਣਾਉਂਦੀ ਹੁੰਦੀ ਸੀ। ਤਾਂ ਨਿਰਸੰਦੇਹ ਮੈਂ ਜਦੋਂ ਹਵਾਲਾਤਾਂ ਦੇ ਵਿੱਚ ਜਾਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੁੰਦਾ ਸੀ, ਜਦੋਂ ਤਸ਼ੱਦਦ ਹੁੰਦਾ ਸੀ, ਤਾਂ ਮੈਨੂੰ ਉਹ ਜਿਹੜੀਆਂ ਮਾਂ ਦੀਆਂ ਸੁਣਾਈਆਂ ਹੋਈਆਂ ਕਥਾ ਵਾਰਤਾਵਾਂ ਸੀ ਉਹ ਮੇਰਾ ਜਿਹੜਾ ਰਾਹ ਰੌਸ਼ਨ ਕਰਦੀਆਂ ਸੀ। ਉਹ ਮੈਨੂੰ ਹੌਸਲਾ ਦਿੰਦੀਆਂ ਸੀ ਕਿ ਜੇ ਗੁਰੂ ਸਾਹਿਬ ਦੇ 9 ਸਾਲ ਤੇ 7 ਸਾਲ ਦੇ ਛੋਟੇ ਬੱਚੇ ਠੰਡੇ ਬੁਰਜ ਦੇ ਵਿੱਚ ਆਪਣੀ ਦਾਦੀ ਨਾਲ ਰਹਿ ਕੇ ਜੋ ਤਿਲ ਫੁੱਲ ਦੇ ਨਾਲ ਗੁਜ਼ਾਰਾ ਕਰਨਾ ਤੇ ਉਸ ਤੋਂ ਬਾਅਦ ਸ਼ਹਾਦਤ ਦੇਣੀ, ਤਸੀਹੇ ਸਹਿਣ ਕਰਨ ਤੋਂ ਬਾਅਦ, ਜੇ ਉਹ ਇੰਨੀ ਛੋਟੀ ਉਮਰ ਦੇ ਵਿੱਚ ਕਰ ਸਕਦੇ ਨੇ ਇਹ ਸਾਰਾ ਕੁਝ, ਤਾਂ ਮੈਂ ਤਾਂ 20-25 ਸਾਲ ਦੀ ਉਮਰ 'ਚ ਦਾ ਹੋ ਕੇ ਮੈਂ ਤਾਂ ਕੁਝ ਵੀ ਕਰ ਸਕਦਾ। ਉਹ ਇਤਿਹਾਸ ਜਾਂ ਉਹ ਕਥਾ ਵਾਰਤਾਵਾਂ ਨੇ ਜਿਹੜੀਆਂ ਮਾਂ ਦੇ ਰਾਹੀਂ ਮੇਰੇ ਕੋਲ ਆਈਆਂ, ਜਿਹੜੀਆਂ ਮਾਂ ਦੇ ਰਾਹੀਂ ਮੇਰੇ ਜ਼ਿਹਨ ਦੇ ਵਿੱਚ ਜਾ ਕੇ ਮੇਰੇ ਖੂਨ ਦੇ ਵਿੱਚ ਟਰੈਵਲ ਕਰਨ ਲੱਗੀਆਂ, ਉਹ ਸਿਰਫ ਇੱਕ ਔਰਤ ਦੇ ਰਾਹੀਂ ਹੀ ਸੰਭਵ ਹੁੰਦਾ। ਤੇ ਉਹਨਾਂ ਨੇ ਮੇਰਾ ਰਾਹ ਰੌਸ਼ਨ ਕੀਤਾ ਤੇ ਉਹਨਾਂ ਕਰਕੇ ਹੀ ਮੈਂ ਮਜ਼ਬੂਤ ਹੋਇਆ, ਮੇਰੀ ਸੋਚ ਬਣੀ, ਤੇ ਮੈਂ ਹਰ ਇੱਕ ਦੁਨੀਆ ਦੀ ਜਿਹੜੀ ਔਖਿਆਈ ਆ ਜਾਂ ਮੁਸੀਬਤ ਹੈ ਉਹਨੂੰ ਪਾਰ ਕਰਨ ਦੇ ਵਿੱਚ ਕਾਮਯਾਬੀ ਹੋਇਆ। ਸੋ ਇਸ ਤਰੀਕੇ ਨਾਲ ਇਹ ਅੱਗੇ ਸਾਡੀ ਸੋਚ ਘੜੀ ਜਾਂਦੀ ਹੈ, ਸਾਡੀ ਸੋਚ ਬਣਦੀ ਹੈ ਨਾ ਇਹਦੇ ਨਾਲ। ਹੁਣ ਸੋਚ ਕਿਸੇ ਦੀ ਕਿਵੇਂ ਹੋ ਸਕਦੀ ਹੈ? ਕੋਈ ਅੱਜ ਇੱਕ ਟਰੱਕ ਲੈ ਲਿਆ, ਕੱਲ੍ਹ ਨੂੰ 2 ਲੈ ਲਏ, ਜਾਂ ਅੱਜ ਛੋਟਾ ਘਰ ਆ ਕੱਲ੍ਹ ਨੂੰ ਵੱਡਾ ਲੈ ਲਿਆ। ਅਸੀਂ ਇਹਨੂੰ ਸੋਚ ਨਹੀਂ ਕਹਿ ਸਕਦੇ। ਕਈ ਲੋਕ ਕਹਿੰਦੇ ਨੇ ਯਾਰ ਉਹਦੀ ਸੋਚ ਬਹੁਤ ਵਧੀਆ, ਉਹ ਬੜੀ ਤਰੱਕੀ ਕਰ ਰਿਹਾ। ਇਹ ਸੋਚ ਨਹੀਂ ਹੁੰਦੀ। ਸੋਚ ਤੁਹਾਡੀ ਜਿਹੜੀ ਕੌਮੀਅਤ ਦੇ ਨਾਲ ਜੁੜੀ ਹੁੰਦੀ ਹੈ, ਸੰਬੰਧਿਤ ਹੁੰਦੀ ਹੈ। ਉਹ ਵਿਚਾਰ ਜਿਹੜਾ ਕੌਮੀਅਤ ਦੇ ਨਾਲ ਜੁੜਿਆ ਹੁੰਦਾ ਉਹਨੂੰ ਹੀ ਸੋਚ ਕਿਹਾ ਜਾ ਸਕਦਾ। ਮਾਈਆਂ ਵੱਲ ਤਾਂ ਘੱਟ, ਸਾਡੇ ਜਿਹੜੇ ਭਾਈ ਨੇ ਉਹਨਾਂ 'ਚ ਜ਼ਿਆਦਾ ਇਹ ਗੱਲ ਤਸੱਲੀ ਦੇ ਨਾਲ ਤੇ ਸਟੈਂਪਡ ਹੁੰਦੀ ਹੈ ਕਿ ਯਾਰ ਜਦੋਂ ਕੋਈ ਵਿਅਕਤੀ ਵਿਸ਼ੇਸ਼ ਕੋਈ ਗੱਲ ਕਰ ਰਿਹਾ ਹੁੰਦਾ ਜਾਂ ਲੈਕਚਰ ਕਰ ਰਿਹਾ ਹੁੰਦਾ
ਜਾਂ ਆਮ ਵਰਤਾਰੇ ਦੇ ਵਿੱਚੋਂ ਲੰਘ ਰਿਹਾ ਹੁੰਦਾ, ਸਾਡੇ ਸਮਾਜ 'ਚ ਵਿਚਰ ਰਿਹਾ ਹੁੰਦਾ, ਤਾਂ ਅਸੀਂ ਆਪਸ ਦੇ ਵਿੱਚੋਂ ਤੀਜੇ ਵਿਅਕਤੀ ਬਾਰੇ ਗੱਲ ਕਰਦੇ ਹਾਂ ਕਿ ਯਾਰ ਉਹਦੀ ਸੋਚ ਕੀ ਹੈ। ਉਹ ਕਹਿੰਦਾ ਉਹਦੀ ਸੋਚ, ਗੱਲਾਂ ਤਾਂ ਵਧੀਆ ਨੇ ਪਰ ਸੋਚ ਵਧੀਆ ਨਹੀਂ। ਹੁਣ ਉਹਨੂੰ ਪੁੱਛਿਆ ਜਾਵੇ ਉਹਦੀ ਸੋਚ ਵਧੀਆ ਕਿਵੇਂ ਨਹੀਂ, ਉਹ ਫਿਰ ਦੱਸਦਾ ਵੀ ਨਹੀਂ ਮੈਂ ਇਹਨੂੰ ਨਿੱਜੀ ਤੌਰ ਦੇ ਉੱਤੇ ਮਿਲਿਆ ਜਾਂ ਮੈਂ ਇਹਨੂੰ ਪਰਸਨਲੀ ਜਾਣਦਾ, ਇਹ ਲੈਕਚਰ ਦੇ ਵਿੱਚ ਕੁਝ ਹੋਰ ਗੱਲ ਕਰਦਾ, ਉੱਦਾਂ ਇਹਦੀ ਸੋਚ ਵਧੀਆ ਨਹੀਂ ਹੈਗੀ। ਸੋ ਸੋਚ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਨੂੰ ਦਿਸਦੀ ਨਹੀਂ ਹੈਗੀ। ਉਹ ਸੋਚ ਸਾਡੀ ਮਾਂ ਘੜਦੀ ਹੈ। ਠੀਕ ਹੈ, ਅਸੀਂ ਕਿਤਾਬਾਂ ਪੜ੍ਹ ਕੇ ਉਹਨੂੰ ਡਿਵੈਲਪ ਕਰਦੇ ਹਾਂ ਅੱਗੇ ਹੋਰ, ਜਾਂ ਉਹਨੂੰ ਸ਼ਬਦ ਹੋਰ ਦੇ ਲੈਂਦੇ ਹਾਂ, ਪਰ ਉਹ ਬੇਸਿਕਲੀ ਸ਼ੁਰੂਆਤ ਦੇ ਵਿੱਚ ਤੁਹਾਡੀ ਮਾਂ ਤੁਹਾਡੀ ਸੋਚ ਘੜਦੀ ਹੈ। ਹੁਣ ਜਿੰਨੇ ਵੀ ਵੱਡੇ ਸ਼ਹੀਦ ਹੋਏ ਨੇ, ਜਾਂ ਸਾਡੇ ਭਾਈ ਜਿਹੜੇ ਮਾਤਾ ਜੀ ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜੇ ਸੇਵਾ ਕਰ ਰਹੇ ਨੇ ਹੁਣ, ਭਗਤ ਪੂਰਨ ਸਿੰਘ ਜੀ ਤੋਂ ਬਾਅਦ, ਅਸੀਂ ਦੇਖਦੇ ਹਾਂ ਕਿ ਉਹ ਵੀ ਇੱਕ ਸੋਚ ਹੈ, ਔਰਤ ਹੈ। ਜਾਂ ਭਗਤ ਪੂਰਨ ਸਿੰਘ ਜੀ ਨੇ, ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹੋ, ਉਹਨਾਂ ਦੀ ਮਾਂ ਦਾ ਅਸਰ ਹੈ ਉਹਨਾਂ ਤੇ ਸਾਰਾ, ਜੋ ਉਹਨਾਂ ਨੇ ਸਾਰੀ ਦੁਨੀਆ ਛੱਡ ਕੇ ਗਰੀਬ ਜਿਹੜੇ ਪਿੰਗਲੇ ਸੀ ਜਾਂ ਹੋਰ ਅਪਾਹਜ ਜਿਹੜੇ ਲੋਕ ਸਨ ਉਹਨਾਂ ਦੀ ਸੇਵਾ ਕੀਤੀ। ਉਹ ਪਿੱਛੇ ਮਾਂ ਦੀ ਸੋਚ ਚੱਲ ਰਹੀ ਹੈ ਉਹਨਾਂ ਦੀ। ਸੋ ਇਸ ਤਰੀਕੇ ਨਾਲ ਜਿਸ ਵੇਲੇ ਹਰਾ ਇਨਕਲਾਬ ਆਇਆ, ਪੈਸਾ ਆ ਗਿਆ ਪੰਜਾਬ ਦੇ ਕਿਸਾਨ ਕੋਲ, ਤਾਂ ਜਦੋਂ ਪੈਸਾ ਆਉਂਦਾ ਸਭ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਕਿ ਸਾਡਾ ਬੱਚਾ ਜਿਹੜਾ ਹੈ ਨਾ ਉਹਨੂੰ ਪੜ੍ਹਾਈਏ, ਅਸੀਂ ਸਾਡਾ ਬੱਚਾ ਅਫਸਰ ਬਣ ਜਾਏ। ਕਿਉਂਕਿ ਉਸ ਵੇਲੇ ਤੱਕ ਕਿਸਾਨ ਇੰਨਾ ਲਤਾੜਿਆ ਹੋਇਆ ਸੀ ਪੰਜਾਬ ਦਾ ਕਿ ਦਫ਼ਤਰਾਂ ਦੇ ਵਿੱਚ, ਸਰਕਾਰੀ ਦਫ਼ਤਰਾਂ ਦੇ ਵਿੱਚ ਲਾਈਨਾਂ 'ਚ ਲੱਗਿਆ ਰਹਿੰਦਾ ਸੀ, ਜਾ ਕੇ ਕੰਮ ਨਹੀਂ ਸੀ ਹੁੰਦੇ ਉਹਦੇ। ਉਹਨੂੰ ਅਫਸਰ ਬਹੁਤ ਵਧੀਆ ਲੱਗਦਾ ਸੀ, ਜਿਹੜਾ ਇੱਕ ਸਾਈਨ ਦੇ ਨਾਲ ਉਹਨਾਂ ਦਾ ਕੰਮ ਕਰ ਦਿੰਦਾ ਹੁੰਦਾ ਸੀ। ਇੱਕ ਅਫਸਰ ਦੇ ਸਾਈਨ ਦੇ ਨਾਲ ਉਹਨਾਂ ਦਾ ਕੰਮ ਹੋ ਜਾਂਦਾ ਸੀ। ਉਹਨਾਂ ਨੂੰ ਲੱਗਦਾ ਸੀ ਕਿ ਅਫਸਰ ਬਹੁਤ ਵੱਡੀ ਚੀਜ਼ ਹੈ। ਇਸ ਕਰਕੇ ਉਹਨਾਂ ਨੇ ਸੋਚਿਆ ਕਿ ਸਾਡਾ ਬੱਚਾ ਅਫਸਰ ਬਣਨਾ ਚਾਹੀਦਾ। ਜਾਂ ਉਹ ਬਿਮਾਰ ਹੋ ਜਾਂਦਾ ਸੀ, ਹਸਪਤਾਲ 'ਚ ਜਾਂਦਾ ਸੀ, ਡਾਕਟਰ ਦੀ ਬੜੀ ਪੁੱਛ ਹੁੰਦੀ ਸੀ, ਉਹਨੇ ਸੋਚਿਆ ਮੇਰਾ ਮੁੰਡਾ ਡਾਕਟਰ ਬਣਨਾ ਚਾਹੀਦਾ। ਹੁਣ ਇੱਥੇ ਇਹ ਜਿਹੜੀ ਸੋਚ ਹੈ ਨਾ ਉਹਦੀ, ਇਹ ਸੋਚ ਕਹਾਂਗੇ ਪੰਜਾਬ ਦੇ ਕਿਸਾਨ ਦੀ ਉਸ ਵੇਲੇ ਦੀ ਸੋਚ ਅੱਜ ਕੁਝ ਹੋਰ ਹੋ ਚੁੱਕੀ ਹੈ। ਉਹਦੀ ਸੋਚ ਦੇ ਵਿੱਚ ਥੋੜਾ ਮੈਂ ਕਹਾਂਗਾ ਕਿ ਨੈਗੇਟਿਵਿਟੀ ਹੈ। ਉੱਥੇ ਉਹ ਆਪਣੇ ਬੱਚੇ ਦੀ, ਆਪਣੇ ਪੁੱਤਰ ਦੀ ਗੱਲ ਕਰ ਰਿਹਾ। ਉਸ ਵੇਲੇ ਦਾ ਸਾਰਾ ਤੁਸੀਂ ਡਾਟਾ ਕੱਢ ਕੇ ਦੇਖੋ ਪੰਜਾਬ ਦਾ, ਕਿ ਜਿੰਨੇ ਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ, ਮੈਡੀਕਲ ਕਾਲਜਸ ਦੇ ਵਿੱਚ ਜਾਂ ਲਾਇਰ ਹੋਏ ਨੇ ਆਪਣੇ, ਉਹ ਮੁੰਡੇ ਜ਼ਿਆਦਾ ਹੋਏ ਨੇ, ਕੁੜੀਆਂ ਦੀ ਪ੍ਰਤੀਸ਼ਤ ਉਹਦੇ 'ਚ 3% ਤੋਂ ਘੱਟ ਹੈ। ਇਹ ਤੋਂ ਮਤਲਬ ਕੀ ਲਿਆ ਜਾਵੇ ਕਿ ਪੰਜਾਬ ਦੇ ਕਿਸਾਨ ਨੇ ਸਿਰਫ ਆਪਣੇ ਮੁੰਡਿਆਂ ਨੂੰ ਹੀ ਪੜ੍ਹਾਇਆ, ਕੁੜੀਆਂ ਨੂੰ ਨਹੀਂ ਪੜ੍ਹਾਇਆ। ਉਹਦਾ ਰੀਜ਼ਨ ਉਹੀ ਜਿਹੜੇ ਅਸੀਂ ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚੋਂ ਲੱਭਦੇ ਹਾਂ ਕਿ ਜੋ ਔਰਤ ਨੂੰ ਦਬਾਉਣ ਲਈ ਜਾਂ ਉਸ ਨੂੰ ਆਪਣੇ ਅਧੀਨ ਰੱਖਣ ਦੇ ਲਈ ਕਿਤੇ ਨਾ ਕਿਤੇ ਜਿਹੜਾ ਅੰਗਰੇਜ਼ਾਂ ਵੱਲੋਂ ਦਿੱਤੀਆਂ ਸਰਦਾਰੀਆਂ, ਨਵਾਬੀਆਂ, ਉਹ ਕਾਰਨ ਬਣਦੀਆਂ ਨੇ। ਹੁਣ ਅੱਗੇ ਜਦੋਂ ਵਧਦੇ ਹਾਂ, ਅੱਗੇ ਆ ਕੇ ਕਾਫੀ ਸਾਡਾ ਬਹੁਤ ਵੱਡਾ, ਮੈਂ ਕਹਿੰਦਾ ਕਿ ਕਦੇ ਕਦੇ ਸ਼ਰਮ ਵੀ ਆਉਂਦੀ ਹੈ ਸਾਨੂੰ, ਇੰਨਾ ਵਿਗਾੜ ਪੈਦਾ ਹੋ ਗਿਆ ਹਰੇ ਇਨਕਲਾਬ ਤੋਂ ਬਾਅਦ ਕਿ ਪੰਜਾਬ ਦਾ ਜਿਹੜਾ ਡਾਟਾ ਨਾ ਭਰੂਣ ਹੱਤਿਆ ਦਾ, ਉਹ ਸਾਨੂੰ ਕਿਤੇ ਨਾ ਕਿਤੇ ਦੁਖੀ ਕਰਦਾ। ਤੇ ਅਸੀਂ ਉਹਦੇ ਲਈ, ਉਹ ਇਹੋ ਹੀ ਕਾਰਨ ਸੀ ਨਾ ਕਿ ਕੋਈ ਬੱਚੀ ਜਨਮੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਦੀ ਜਿਹੜੀ ਗੱਲ ਕੀਤੀ, ਤਾਂ ਉਹਨੂੰ ਕਿਸੇ ਨੇ ਦਰਿਆ 'ਚ ਰੋੜਤਾ। ਲੋਕ ਸੱਚਮੁੱਚ, ਜਿਵੇਂ ਭੈਣ ਮੇਰੀ ਇੱਕ ਕਹਿ ਕੇ ਗਈ ਸੀ ਕਿ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਸੀ। ਉਦੋਂ ਤਾਂ ਅਬੋਰਸ਼ਨ ਵਰਗੀ ਕੋਈ ਚੀਜ਼ ਨਹੀਂ ਸੀ ਨਾ, ਉਹ ਕਹਿੰਦੇ ਗਾਲ ਗੁੱਠਾ ਦੇ ਦਿੰਦੇ ਹੁੰਦੇ ਸੀ ਉਦੋਂ ਹੀ, ਜੰਮਦੀ ਨੂੰ ਹੀ। ਇਸ ਕਰਕੇ ਕਿਉਂਕਿ ਅੱਜ ਜਿਹੜੀਆਂ ਬੱਚੀਆਂ ਨੂੰ ਅਸੀਂ ਦੇਖ ਰਹੇ ਹਾਂ, ਛੋਟੀਆਂ ਬੱਚੀਆਂ ਨੇ, ਸਾਰੇ ਪਾਸੇ ਦੇਖਦੇ ਹਾਂ, ਅੱਜ ਉਹ ਚੀਜ਼ ਨਹੀਂ। ਬੱਚੀਆਂ ਇੰਨਾ ਮੋਹ ਲੈਂਦੀਆਂ ਨੇ, ਪਿਆਰ ਕਰਦੀਆਂ ਨੇ ਪੇਰੈਂਟਸ ਨੂੰ, ਜਾਂ ਉਹਨਾਂ ਦੀ ਕੀਤੀ ਹੋਈ ਗੱਲ ਇੰਨਾ ਅਸਰ ਕਰਦੀ ਹੈ। ਜਿਵੇਂ ਇੱਥੇ ਬੱਚੀਆਂ ਹੋਰ ਵੀ ਲੈਕਚਰ ਕਰਕੇ ਗਈਆਂ ਨੇ, ਬੋਲ ਕੇ ਗਈਆਂ ਨੇ, ਇੰਨਾ ਵਧੀਆ ਲੱਗਦਾ ਕਿ ਜਿਹੜੀ ਗੱਲ ਅਸੀਂ ਕਰਦੇ ਹਾਂ ਉਸ ਤੋਂ ਜ਼ਿਆਦਾ ਅਸਰ ਕਰਦੀ ਹੈ ਉਹਨਾਂ ਦੀ ਗੱਲ। ਘਰ ਦੇ ਵਿੱਚ ਵੀ ਉਹਨਾਂ ਦੀ ਕਹੀ ਹੋਈ ਜੇ ਸੋਚ ਵਾਲੀ ਗੱਲ ਹੈ ਤਾਂ ਉਹ ਅਸਰ ਕਰੇਗੀ। ਜੇ ਮਜ਼ਬੂਤ ਜਿਹੜੇ ਸਾਡੇ ਸੰਸਕਾਰ ਨੇ, ਸਾਡੀਆਂ ਰਵਾਇਤਾਂ ਨੇ, ਪਰੰਪਰਾਵਾਂ ਨੇ, ਜੇ ਉਹਨਾਂ ਦੇ ਮੁਤਾਬਕ ਬੱਚੀ ਗੱਲ ਕਰੇਗੀ ਤਾਂ ਅਸਰ ਕਰੇਗੀ। ਪਿਓ ਨੂੰ ਵੀ ਪਿਘਲਾ ਦੇਊਗੀ, ਉਹਨੇ ਅੱਗੇ ਤੱਕ 3 ਪੀੜ੍ਹੀਆਂ ਤੇ ਅਸਰ ਕਰਨਾ ਹੁੰਦਾ। ਪਿਤਾ ਤੇ, ਪਿਤਾ ਦਾ ਸਾਰਾ ਜੀਵਨ ਬਦਲ ਦੇਣਾ ਬੱਚੀ ਨੇ। ਪਤੀ ਤੇ, ਪਤੀ ਦੇ ਅੱਗੇ ਕਿੰਨੇ ਜੁੜੇ ਹੁੰਦੇ ਨੇ, ਪਤੀ ਦੇ ਨਾਲ ਕਿੰਨੇ ਮੈਂਬਰ ਜੁੜੇ ਹੁੰਦੇ ਨੇ ਘਰ ਦੇ, ਤੇ ਅੱਗੇ ਉਹਨਾਂ ਦੀਆਂ ਕਿੰਨੀਆਂ ਪੀੜ੍ਹੀਆਂ ਜੁੜਨਗੀਆਂ, ਉਹਨੂੰ ਬਦਲ ਦੇਣਾ ਹੁੰਦਾ। ਤੇ ਆਪਣਾ ਪੁੱਤਰ ਤਾਂ ਉਹਨੇ ਘੜਨਾ ਹੀ ਘੜਨਾ,
ਇੱਕ ਔਰਤ ਨੇ ਆਪਣੇ ਧੀ ਪੁੱਤਰ ਨੂੰ, ਤੱਕ ਅੱਗੇ ਕਿੱਥੋਂ ਤੱਕ ਉਹਨੇ ਅਸਰ ਕਰਨਾ ਜਾ ਕੇ, ਕਿੱਡਾ ਵੱਡਾ ਟਰੀ ਬਣ ਜਾਣਾ ਉਹਦਾ। ਸੋ ਇਸ ਤਰੀਕੇ ਨਾਲ ਸੋਚ ਤਿਆਰ ਹੁੰਦੀ ਹੈ ਇੱਕ ਔਰਤ ਦੀ। ਤੇ ਜਦੋਂ ਮਾਤਾ ਭਰੂਣ ਹੱਤਿਆ ਦੀ ਗੱਲ ਚੱਲੀ ਤਾਂ ਉਹਦੇ 'ਚ ਤੁਸੀਂ ਸਾਰੇ ਭਾਈਆਂ ਨੇ ਇੱਧਰ, ਤੇ ਅਸੀਂ ਇੱਕ ਜ਼ੋਰਦਾਰ ਝੰਡਾ ਬੁਲੰਦ ਕੀਤਾ। ਅਸੀਂ ਅਕਾਲ ਤਖਤ ਸਾਹਿਬ ਤੋਂ ਜ਼ੋਰ ਪਵਾ ਕੇ ਇੱਕ ਹੁਕਮਨਾਮਾ ਵੀ ਜਾਰੀ ਕਰਵਾਇਆ, ਐਸੇ ਕਰਕੇ ਕਿ ਜਿਹੜਾ ਕੁੜੀ ਮਾਰ ਜਿਹੜਾ ਹੈ ਇਹ ਸਿੱਖ ਪਰੰਪਰਾਵਾਂ ਦੇ ਵਿੱਚ ਤੇ ਸਿੱਖ ਰਹਿਤ ਮਰਿਆਦਾ 'ਚ ਉਹਨੂੰ ਕੁੜੀ ਮਾਰ ਕਿਹਾ ਜਾਂਦਾ, ਮਾਤਾ ਭਰੂਣ ਹੱਤਿਆ ਵਾਲੇ ਨੂੰ। ਤੇ ਉਹਦੇ ਨਾਲ ਕੋਈ ਸਬੰਧ ਨਹੀਂ ਰੱਖਣਾ, ਉਹਦੇ ਨਾਲ ਸਬੰਧ ਤੋੜ ਲੈਣੇ ਨੇ। ਸੋ ਇਸ ਤਰੀਕੇ ਨਾਲ ਅਸੀਂ ਬਹੁਤ ਹੱਦ ਤੱਕ ਉਹ ਪ੍ਰਚਾਰ ਕਰਨ ਦੇ ਵਿੱਚ ਕਾਮਯਾਬ ਹੋਏ। ਤੇ ਅੱਜ ਇੱਕ ਸਿਰਫ ਵਾਲਕ ਜਿੰਨਾ ਕੁ ਫਰਕ ਰਹਿ ਗਿਆ, ਕੋਈ ਬਹੁਤਾ ਫਰਕ ਨਹੀਂ। ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਦੇਖਿਆ, ਜਦੋਂ ਸਾਡੇ ਘਰ ਦੇ ਵਿੱਚ ਸਾਡੀਆਂ 2 ਭੈਣਾਂ ਨੇ, ਜਦੋਂ ਸਾਡੇ ਪਰਿਵਾਰ ਦੇ ਵਿੱਚ ਕਿਸੇ ਗੈਸਟ ਨੇ ਆਉਣਾ ਹੁੰਦਾ ਸੀ ਤਾਂ ਉਹਨਾਂ ਨੂੰ ਕਿਹਾ ਨਹੀਂ ਸੀ ਜਾਂਦਾ ਵਿਸ਼ੇਸ਼ ਤੌਰ ਦੇ ਉੱਤੇ, ਪਰ ਉਹਨਾਂ ਨੇ ਉੱਥੇ ਮੌਜੂਦ ਨਹੀਂ ਸੀ ਹੁੰਦੀਆਂ ਉਸ ਟਾਈਮ 'ਤੇ। ਉਹਨਾਂ ਨੇ ਪਿਛਲੇ ਕਮਰੇ 'ਚ ਚਲੇ ਜਾਣਾ। ਮੈਨੂੰ ਲੱਗਦਾ ਸਾਰੇ ਪਰਿਵਾਰਾਂ 'ਚ ਹੀ ਹੋਊਗੀ ਇਹ ਗੱਲ। ਪਰ ਅੱਜ ਜਦੋਂ ਮੈਂ ਪਰਿਵਾਰਾਂ 'ਚ ਜਾਂਦਾ, ਆਪਣੇ ਦੋਸਤਾਂ ਦੇ ਘਰ ਜਾਂਦਾ, ਤਾਂ ਬੱਚੀਆਂ ਆਉਂਦੀਆਂ ਨੇ, ਬੈਠ ਕੇ ਗੱਲ ਕਰਦੀਆਂ ਨੇ। ਅਸੀਂ ਪੁੱਛਦੇ ਹਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ, ਤਾਂ ਬਹੁਤ ਚੰਗੇ ਤਰੀਕੇ ਨਾਲ ਵਾਰਤਾਲਾਪ ਹੁੰਦੀ ਹੈ, ਡਾਇਲੋਗ ਕਰਦੇ ਹਾਂ ਅਸੀਂ ਬੱਚੀਆਂ ਨਾਲ ਵੀ। ਇੰਨਾ ਫਰਕ ਆ ਚੁੱਕਿਆ। ਹੁਣ ਉਹ ਜਿਹੜਾ ਫੀਮੇਲ ਫਿਟੀਸਾਈਡ ਦਾ ਜਿਹੜਾ ਦੌਰ ਸੀ ਉਹ ਤਕਰੀਬਨ ਖਤਮ ਹੋ ਚੁੱਕਾ। ਉਹ ਤੁਹਾਡੇ ਕਰਕੇ ਤੇ ਤੁਹਾਡੇ ਕਰਕੇ, ਤੇ ਅੱਜ ਦੀ ਜਿਹੜੀ ਸਾਡੀ ਦੇਖਦੇ ਹਾਂ ਕਿ ਅਸੀਂ ਦਸ਼ਾ ਚੱਲ ਰਹੀ ਹੈ, ਉਹਦੇ ਉਸ ਕਾਰਨ ਉਹ ਬਿਲਕੁਲ ਮੈਨੂੰ ਲੱਗਦਾ ਕਿ ਕਿਤੇ ਚੋਰੀ ਕੋਈ ਕਰਦਾ ਹੋਵੇ ਜਾਂ ਹੋਰ ਹੁੰਦਾ ਹੋਵੇ ਇੱਦਾਂ ਕਿਸੇ ਬਹਾਨੇ ਦੇ ਨਾਲ, ਉਹ ਵੱਖਰੀ ਗੱਲ ਹੈ। ਪਰ ਅਸੀਂ ਇਹ ਲਾਹਨਤ ਨੂੰ ਜੜੋਂ ਵੱਢ ਦਿੱਤਾ। ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਸਾਡੇ 'ਚ ਮੈਂ ਤਾਂ ਹੀ ਇਸ ਨੁਕਤੇ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਮੈਂ 2-3 ਔਰਤ ਦਿਵਸ ਸਮਾਗਮ ਹੋਏ ਸੀ, ਉਹਨਾਂ ਦੇ ਵਿੱਚ ਗਿਆ, ਉਹਨਾਂ ਦੇ ਵਿੱਚ ਹਿੱਸਾ ਲਿਆ। ਪਰ ਅੱਜ ਪਹਿਲੀ ਵਾਰ ਮਤਲਬ ਮੈਂ ਜਿਹੜਾ ਇੱਕ ਗੁਰੂ ਘਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜੀ ਇਸ ਦਿਵਸ ਦੇ ਮੌਕੇ 'ਤੇ ਇਹ ਗੱਲਾਂ ਹੋ ਰਹੀਆਂ ਨੇ ਔਰਤ ਬਾਰੇ, ਤਾਂ ਇਹ ਬਹੁਤ ਤੁਸੀਂ ਵਧਾਈ ਦੇ ਪਾਤਰ ਹੋ। ਤੇ ਮਾਣ ਕਰਦਾ ਮੈਂ ਤੁਹਾਡੇ ਸਾਰਿਆਂ ਦੇ ਉੱਤੇ। ਤੇ ਜੇ ਉਸ ਤਰ੍ਹਾਂ ਦਾ ਕੋਈ ਸਮਾਗਮ ਹੁੰਦਾ ਮੈਂ ਕਦੇ ਨਾ ਜਾਂਦਾ, ਕਦੇ ਨਾ ਸੀ ਉਹਦੇ 'ਚ ਹਿੱਸਾ ਲੈਣਾ। ਸੋ ਮੈਂ ਕਹਿੰਦਾ ਕਿ ਸਮਾਂ ਕਾਫੀ ਹੋ ਗਿਆ ਹੁਣ, ਤੇ ਆਪਾਂ ਹੁਣ ਲੰਗਰ ਪਾਣੀ ਛਕੀਏ। ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹਾਂਗਾ। ਤੁਹਾਨੂੰ ਸਾਰਿਆਂ ਨੂੰ ਵਧਾਈ। ਅਸੀਂ ਇਸ ਦਿਵਸ ਨੂੰ, ਇਸ ਦਿਨ ਨੂੰ, ਠੀਕ ਹੈ ਦੁਨੀਆ ਦੇ ਨਾਲ ਤਾਂ ਅਸੀਂ ਮਨਾਉਂਦੇ ਹਾਂ, ਪਰ ਅੱਜ ਸਾਡੀ ਧੀ ਪੂਰੇ ਤਰੀਕੇ ਨਾਲ ਮੈਂ ਕਹਾਂਗਾ ਕਿ ਉਹਨਾਂ ਪਰੰਪਰਾਵਾਂ ਨਾਲ ਜੁੜ ਕੇ ਉਸੇ ਹਾਲਤ ਦੇ ਵਿੱਚ ਆ ਜਿਹੜੀ ਗੁਰੂ ਸਾਹਿਬ ਦੇ ਮੌਕੇ ਸੀ। ਅਸੀਂ ਫੇਰ ਉਸੇ ਸਮੇਂ ਦੇ ਵਿੱਚ ਜੀ ਰਹੇ ਹਾਂ, ਇਸ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਸਾਡੇ ਲਈ ਤੇ ਆਪਣੇ ਅਨਮੁੱਲੇ ਵਿਚਾਰ ਦਿੱਤੇ।